ਆਪਣੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਆਪਣੇ ਸਕੂਲ ਦੇ ਬੱਚਿਆਂ ਨੂੰ ਮਾਤ ਭਾਸ਼ਾ ਪੰਜਾਬੀ ਨਾਲ ਜੋੜਨ ਦਾ ਕੰਮ ਕਰ ਰਹੀ ਰਾਜਵੀਰ ਕੌਰ ਵੱਲੋਂ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ 9ਵੀਂ ਅਤੇ 10ਵੀਂ ਸ਼੍ਰੇਣੀ ਦੇ ਪੰਜਾਬੀ ਵਿਸ਼ੇ ਦੇ ਪੇਪਰ ਏ ਦੇ ਪਾਠਕ੍ਰਮ ਵਿੱਚ ਸ਼ਾਮਿਲ ਪ੍ਰੋਫੈਸਰ ਨਿਰੰਜਨ ਤਸਨੀਮ ਦੇ ਲਿਖੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਕਾਂਡ 2 ਦੁਪਹਿਰ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਨਾਵਲ ਕਿਸ ਨੂੰ ਆਖਦੇ ਹਨ। ਨਾਵਲ ਵਿੱਚ ਕਹਾਣੀ ਹੁੰਦੀ ਹੈ, ਪਰ ਨਾਵਲ ਸਿਰਫ ਕਹਾਣੀ ਹੀ ਬਿਆਨ ਨਹੀਂ ਕਰਦਾ, ਇਹ ਪਾਤਰਾਂ ਦੇ ਮਨਾਂ ਵਿੱਚ ਹੋ ਰਹੇ ਘੋਲ ਨੂੰ ਵੀ ਚਿੱਤਰਦਾ ਹੈ। ਸਾਡੇ ਬਾਹਰ ਇੰਨਾ ਕੁਝ ਨਹੀਂ ਵਾਪਰ ਰਿਹਾ ਜਿੰਨਾ ਕੁਝ ਕਿ ਮਨ ਵਿੱਚ ਵਾਪਰ ਰਿਹਾ ਹੈ। ਇਸ ਬਾਹਰ ਅਤੇ ਅੰਦਰ ਦੀ ਦੁਨੀਆ ਵਿੱਚ ਸੁਮੇਲ ਪੈਦਾ ਕਰਨਾ ਹੀ ਅੱਜ ਦੇ ਨਾਵਲਕਾਰ ਦਾ ਮੰਤਵ ਹੈ। ਨਾਵਲਕਾਰ ਚਾਹੁੰਦਾ ਹੈ ਕਿ ਜੀਵਨ ਦੀ ਸੱਚਾਈ ਉਘੜ ਕੇ ਉਹਦੇ ਸਾਹਮਣੇ ਆ ਜਾਵੇ, ਪਰ ਇਹ ਕੰਮ ਹੈ ਬਹੁਤ ਮੁਸ਼ਕਿਲ, ਕਿਉਂਕਿ ਜੀਵਨ ਦੇ ਕਈ ਰੰਗ ਹਨ ਅਤੇ ਕੋਈ ਵੀ ਇੱਕ ਰੰਗ ਸਮੁੱਚੇ ਜੀਵਨ ਦਾ ਰੰਗ ਨਹੀਂ। ਭਿੰਨ-ਭਿੰਨ ਰੰਗਾਂ ਦੀ ਤਲਾਸ਼ ਹੀ ਨਾਵਲਕਾਰ ਕੋਲੋਂ ਕਈ ਨਾਵਲ, ਨਾਟਕਕਾਰ ਕੋਲੋਂ ਕਈ ਨਾਟਕ ਅਤੇ ਕਵੀ ਕੋਲੋਂ ਕਈ ਕਵਿਤਾਵਾਂ ਲਿਖਵਾਉਂਦੀ ਹੈ। ਇੱਕ ਹੋਰ ਨਵਾਂ ਸਾਲ ਨਾਵਲ ਪ੍ਰੋਫੈਸਰ ਨਿਰੰਜਨ ਤਸਨੀਮ ਦੀ ਰਚਨਾ ਹੈ। ਪ੍ਰੋਫੈਸਰ ਨਿਰੰਜਨ ਤਸਨੀਮ ਦਾ ਜਨਮ 1 ਮਈ 1929 ਈਸਵੀ ਨੂੰ ਉਹਨਾਂ ਦੇ ਨਾਨਕੇ ਘਰ ਤਰਨਤਾਰਨ ਵਿਖੇ ਹੋਇਆ। ਉਹਨਾਂ ਦੇ ਮਾਤਾ ਸ਼੍ਰੀਮਤੀ ਸੀਤਾਵਤੀ ਅਤੇ ਪਿਤਾ ਸਰਦਾਰ ਕਰਮ ਸਿੰਘ ਸਨ। ਉਹਨਾਂ ਦਾ ਜੱਦੀ ਘਰ ਸ਼੍ਰੀ ਅੰਮ੍ਰਿਤਸਰ ਵਿਖੇ ਹੈ। ਸਕੂਲ ਅਤੇ ਕਾਲਜ ਦੀ ਸਿੱਖਿਆ ਵੀ ਉਹਨਾਂ ਨੇ ਇੱਥੋਂ ਹੀ ਪ੍ਰਾਪਤ ਕੀਤੀ। ਅੰਗਰੇਜ਼ੀ ਵਿੱਚ MA ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕਰਨ ਉਪਰੰਤ ਪ੍ਰੋਫੈਸਰ ਤਸਨੀਮ ਨੇ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਬਤੌਰ ਲੈਕਚਰਾਰ ਕਾਰਜ ਕੀਤਾ। ਪ੍ਰੋਫੈਸਰ ਤਸਨੀਮ ਦਾ ਪਹਿਲਾ ਪੰਜਾਬੀ ਨਾਵਲ ਪਰਛਾਵੇਂ 1966 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ। ਇਸ ਤੋਂ ਬਾਅਦ ਉਹਨਾਂ ਨੇ 10 ਪੰਜਾਬੀ ਨਾਵਲ ਲਿਖੇ, ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ ਰੇਤ ਛਲ, ਇੱਕ ਹੋਰ ਨਵਾਂ ਸਾਲ, ਜਦੋਂ ਸਵੇਰ ਹੋਈ, ਗਵਾਚੇ ਅਰਥ ਅਤੇ ਤਲਾਸ਼ ਕੋਈ ਸਦੀਵੀ। ਉਹਨਾਂ ਦੇ ਪਹਿਲੇ 3 ਨਾਵਲ ਵੱਖ-ਵੱਖ ਕੋਰਸਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਏ ਜਾਂਦੇ ਰਹੇ ਹਨ। ਉਹਨਾਂ ਦਾ ਇੱਕੋ ਇੱਕ ਕਹਾਣੀ ਸੰਗ੍ਰਹਿ ਲੇਖਾ ਜੋਖਾ 2007 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ। ਮੇਰਾ ਅਦਬੀ ਸਫ਼ਰ ਉਹਨਾਂ ਦੀ ਸਾਹਿਤਿਕ ਸਵੈ ਜੀਵਨੀ ਹੈ। ਇੱਕ ਹੋਰ ਨਵਾਂ ਸਾਲ ਨਾਵਲ ਨੂੰ ਨਾਵਲਕਾਰ ਨੇ 3 ਹਿੱਸਿਆਂ ਵਿੱਚ ਵੰਡਿਆ ਹੈ। ਕਾਂਡ 1 ਸਵੇਰ, ਕਾਂਡ 2 ਦੁਪਹਿਰ, ਕਾਂਡ 3 ਸ਼ਾਮ। ਇਸ ਨਾਵਲ ਵਿੱਚ ਇੱਕ ਰਿਕਸ਼ਾ ਚਾਲਕ ਦੇ ਜੀਵਨ ਦੀ ਝਲਕ ਪੇਸ਼ ਕੀਤੀ ਹੈ। ਉਸ ਦੇ ਜੀਵਨ ਨੂੰ ਉਹਦੀ ਨਜ਼ਰ ਨਾਲ ਹੀ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਬੰਤਾ ਆਪਣੀ ਕਹਾਣੀ ਆਪਣੇ ਮੂੰਹੋਂ ਬਿਆਨ ਕਰ ਰਿਹਾ ਹੈ। ਉਹ ਜੀਵਨ ਦੇ ਚੱਕਰ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ। ਉਸ ਦੇ ਜੀਵਨ ਵਿੱਚ ਛੋਟੀਆਂ-ਛੋਟੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਉਹਨਾਂ ਘਟਨਾਵਾਂ ਦਾ ਉਹਦੇ ਮਨ ਉੱਤੇ ਡੂੰਘਾ ਪ੍ਰਭਾਵ ਪੈਂਦਾ ਹੈ। ਕਈ ਤਰ੍ਹਾਂ ਦੇ ਵਿਚਾਰ ਉਸ ਦੇ ਮਨ ਵਿੱਚ ਪੈਦਾ ਹੁੰਦੇ ਹਨ ਅਤੇ ਇਹ ਵਿਚਾਰ ਉਹਦੇ ਜੀਵਨ ਦੀ ਤਸਵੀਰ ਮੁਕੰਮਲ ਕਰਦੇ ਚਲੇ ਜਾਂਦੇ ਹਨ। ਇਹ ਨਾਵਲ ਬੰਤੇ ਦੇ ਜੀਵਨ ਦੇ ਇੱਕ ਦਿਨ ਦੀ ਕਹਾਣੀ ਹੈ, ਨਵੇਂ ਸਾਲ ਦੇ ਪਹਿਲੇ ਦਿਨ ਦੀ। ਇਸ ਇੱਕ ਦਿਨ ਵਿੱਚ ਹੀ
ਉਹਦਾ ਪੂਰਾ ਜੀਵਨ ਰੂਪਮਾਨ ਹੋ ਜਾਂਦਾ ਹੈ। ਉਹ ਆਪ ਤਾਂ ਵਰਤਮਾਨ ਵਿੱਚ ਵਿਚਰ ਰਿਹਾ ਹੈ, ਪਰ ਮਨ ਵਿੱਚ ਉਗੜ ਰਹੀਆਂ ਪੁਰਾਣੀਆਂ ਯਾਦਾਂ ਦੇ ਸਹਾਰੇ ਉਹ ਅਸ਼ੋਪਲੇ ਹੀ ਭੂਤਕਾਲ ਵਿੱਚ ਚਲਿਆ ਜਾਂਦਾ ਹੈ। ਉਹਦੀ ਕਿਸੇ ਯਾਦ ਦਾ ਟੋਟਾ ਜਦੋਂ ਵਰਤਮਾਨ ਵਿੱਚ ਰਲਦਾ ਹੈ ਤਾਂ ਉਹ ਵਰਤਮਾਨ ਦਾ ਹੀ ਇੱਕ ਭਾਗ ਬਣ ਜਾਂਦਾ ਹੈ। ਸਿਰਫ ਇਹੋ ਗੱਲ ਨਹੀਂ, ਕਦੀ-ਕਦੀ ਉਹ ਆਪਣੇ ਪੁੱਤਰ ਦੇ ਭਵਿੱਖ ਦੀ ਕਲਪਨਾ ਕਰਨ ਲੱਗ ਪੈਂਦਾ ਹੈ। ਇੰਜ ਭਵਿੱਖ ਵੀ ਥੋੜ੍ਹੇ ਸਮੇਂ ਲਈ ਵਰਤਮਾਨ ਦਾ ਹੀ ਭਾਗ ਹੋ ਨਿਬੜਦਾ ਹੈ। ਪਰਤਵੀਂ ਝਾਤ ਅਤੇ ਕਲਪਿਤ ਭਵਿੱਖ ਬੰਤੇ ਦੇ ਪੂਰੇ ਜੀਵਨ ਨੂੰ ਪਾਠਕ ਦੇ ਸਾਹਮਣੇ ਲਿਆ ਖੜਾ ਕਰਦੇ ਹਨ। ਇੱਕ ਵਿਅਕਤੀ ਦੀ ਕਹਾਣੀ ਹੋਣ ਤੋਂ ਇਲਾਵਾ ਇਹ ਨਾਵਲ ਪੂਰੇ ਸਮਾਜ ਦੀ ਝਾਕੀ ਵੀ ਹੈ। ਲੋਕ ਉਹਦੇ ਰਿਕਸ਼ੇ ਉੱਤੇ ਬੈਠਦੇ ਹਨ, ਆਪਸ ਵਿੱਚ ਗੱਲਾਂ ਕਰਦੇ ਹਨ ਜਾਂ ਕਦੀ-ਕਦੀ ਉਸ ਦੇ ਨਾਲ ਵੀ ਗੱਲਾਂ ਕਰਨ ਲੱਗ ਪੈਂਦੇ ਹਨ। ਬੰਤਾ ਜੀਵਨ ਦੀਆਂ ਔਕੜਾਂ ਨਾਲ ਜੂਝ ਰਿਹਾ ਇੱਕ ਪਾਤਰ ਹੈ। ਉਹ ਕਦੀ ਵੀ ਹੌਸਲਾ ਨਹੀਂ ਹਾਰਦਾ, ਹਰ ਕਦਮ 'ਤੇ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਉਸ ਦੇ ਮਨ ਵਿੱਚ ਵੀ ਸੱਧਰਾਂ ਹਨ, ਆਪਣੇ ਜੀਵਨ ਨੂੰ ਚੰਗਾ ਬਣਾਉਣ ਦੀ ਖਾਹਿਸ਼ ਹੈ। ਉਹ ਮਿਹਨਤ ਕਰਨ ਵਿੱਚ ਵੀ ਆਪਣੇ ਉੱਜਲ ਭਵਿੱਖ ਦੀ ਝਲਕ ਦੇਖਦਾ ਹੈ। ਉਸ ਦਾ ਜੀਵਨ ਰਿਕਸ਼ੇ ਦੇ ਪਹੀਏ ਵਾਂਗ ਹੈ, ਜਿਸ ਦਾ ਹਰ ਸਮੇਂ ਹਰਕਤ ਵਿੱਚ ਰਹਿਣਾ ਅਤਿ ਜ਼ਰੂਰੀ ਹੈ। ਹੁਣ ਅਸੀਂ ਨਾਵਲ ਦੇ ਕਾਂਡ 2 ਦੁਪਹਿਰ ਬਾਰੇ ਗੱਲਬਾਤ ਕਰਾਂਗੇ। ਰਿਕਸ਼ਾ ਘਰ ਦੇ ਬਾਹਰ ਖੜਾ ਕਰਕੇ ਬੰਤੇ ਨੇ ਘੰਟੀ ਵਜਾਈ ਅਤੇ ਫੁੰਮਣ ਦੌੜਦਾ ਹੋਇਆ ਆਇਆ। ਉਸ ਨੂੰ ਨਵੇਂ ਸਾਲ ਦੀ ਛੁੱਟੀ ਸੀ। ਉਹ ਆ ਕੇ ਕਾਠੀ ਉੱਤੇ ਬੈਠ ਗਿਆ ਤੇ ਘੰਟੀ ਵਜਾਉਣ ਲੱਗ ਪਿਆ। ਫੁੰਮਣ ਜਦੋਂ ਇਸ ਤਰ੍ਹਾਂ ਕਰਦਾ ਸੀ ਤਾਂ ਬੰਤੇ ਨੂੰ ਉੱਕਾ ਹੀ ਚੰਗਾ ਨਹੀਂ ਸੀ ਲੱਗਦਾ। ਉਸ ਨੂੰ ਡਰ ਸੀ ਕਿ ਕਿਧਰੇ ਵੱਡਾ ਹੋ ਕੇ ਉਹ ਵੀ ਇਹੋ ਕੰਮ ਹੀ ਨਾ ਸ਼ੁਰੂ ਕਰ ਦੇਵੇ। ਬੰਤੇ ਨੇ ਆਪਣੀ ਪਤਨੀ ਨੂੰ ਕਿਹਾ ਕਿ ਜੇਕਰ ਉਸਨੇ ਰੋਟੀ ਪਕਾਈ ਹੈ ਤਾਂ ਪਾ ਦੇਵੇ। ਪਤਨੀ ਨੇ ਉੱਤਰ ਦਿੱਤਾ, ਜੇ ਨਾ ਪਕਾਈ ਹੋਊ ਤਾਂ ਫਿਰ ਮੈਂ ਚੱਲਦਾ ਹਾਂ। ਇਹ ਕਹਿ ਕੇ ਬੰਤਾ ਸੱਚੀ ਮੁੱਚੀ ਮੁੜ ਪਿਆ, ਪਰ ਤਾਰੋ ਉਸ ਨੂੰ ਬਾਹੋਂ ਫੜ ਕੇ ਚੌਂਕੇ ਵਿੱਚ ਲੈ ਆਈ। ਉਸਨੇ ਰਾਤ ਦਾ ਸਾਗ ਗਰਮ ਕੀਤਾ ਅਤੇ ਮੱਕੀ ਦੀਆਂ ਰੋਟੀਆਂ ਪਕਾਉਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਉਸਨੇ ਚਾਹ ਧਰ ਦਿੱਤੀ। ਜਿੰਨਾ ਚਿਰ ਉਹ ਚਾਹ ਪੀਂਦਾ ਰਿਹਾ, ਤਾਰੋ ਉਸ ਵੱਲ ਹੀ ਵੇਖਦੀ ਰਹੀ। ਅੱਜ ਬੰਤੇ ਨੂੰ ਉਸ ਦੀਆਂ ਅੱਖਾਂ ਵਿੱਚ ਅਜੀਬ ਜਿਹੀ ਲਿਸ਼ਕ ਦਿਖਾਈ ਦਿੱਤੀ। ਬੰਤੇ ਨੇ ਜੇਬ ਵਿੱਚੋਂ ਪੈਸੇ ਕੱਢ ਕੇ ਉਸ ਨੂੰ ਦਿੱਤੇ। ਉਸਨੇ ਨੋਟ ਗਿਣ ਕੇ ਹੱਥ ਵਿੱਚ ਫੜ ਲਏ ਤੇ ਭਾਨ ਬੰਤੇ ਨੂੰ ਵਾਪਸ ਕਰ ਦਿੱਤੀ। ਬੰਤੇ ਨੇ ਪੁੱਛਿਆ ਉਹ ਰਾਤ ਨੂੰ ਉਸ ਲਈ ਕੀ ਲੈ ਕੇ ਆਵੇ, ਤਾਂ ਉਸਨੇ ਕਿਹਾ ਕਿ ਮੈਨੂੰ ਕੁਝ ਨਹੀਂ ਚਾਹੀਦਾ। ਬੰਤੇ ਨੇ ਉਸ ਨੂੰ ਕਿਹਾ ਕਿ ਉਹ ਆਪਣਾ ਝੱਗਾ ਬਣਵਾ ਲਵੇ, ਪਰ ਤਾਰੋ ਨੇ ਕਿਹਾ ਕਿ ਇਹੋ ਹੀ ਚੰਗਾ ਭਲਾ ਹੈ। ਬੰਤੇ ਨੂੰ ਖਿਆਲ ਆਉਂਦਾ ਹੈ ਕਿ ਜਦੋਂ ਆਦਮੀ ਆਪਣੀਆਂ ਤੀਵੀਆਂ ਨਾਲ ਬਾਜ਼ਾਰ ਵਿੱਚੋਂ ਬਹੁਤ ਸਾਰੇ ਬੰਡਲ ਲੈ ਕੇ ਉਸ ਦੇ ਰਿਕਸ਼ੇ 'ਤੇ ਬੈਠਦੇ ਹਨ ਤਾਂ ਤੀਵੀਆਂ ਦੀਆਂ ਗੱਲਾਂ ਵਿੱਚ ਸ਼ਹਿਦ ਵਰਗੀ ਮਿਠਾਸ ਹੁੰਦੀ ਹੈ ਅਤੇ ਆਦਮੀਆਂ ਦੇ ਹੁੰਗਾਰੇ ਵਿੱਚ ਨਿੱਘ ਹੁੰਦਾ ਹੈ। ਇਹਨਾਂ ਗੱਲਾਂ ਨਾਲ ਬੰਤੇ ਦੇ ਮਨ ਨੂੰ ਬੜਾ ਹੁਲਾਰਾ ਆਉਂਦਾ ਹੈ, ਪਰ ਉਹ ਛੇਤੀ ਹੀ ਤਾਰੋ ਦੀਆਂ ਅੱਖਾਂ ਵਾਂਗ ਉਦਾਸ ਹੋ ਜਾਂਦਾ ਹੈ। ਬੰਤਾ ਹੈਰਾਨ ਹੁੰਦਾ ਹੈ ਕਿ ਤਾਰੋ ਆਪਣੀ ਉਦਾਸੀ ਦੇ ਕਾਰਨ ਕਿਉਂ ਨਹੀਂ ਦੱਸਦੀ। ਉਹ ਉਸ ਨੂੰ ਕਹਿੰਦਾ ਹੈ ਕਿ ਅੱਜ ਉਹ ਕੋਈ ਸੋਹਣੀ ਜੀ ਗੱਲ ਕਰੇ। ਉਹ ਪੁੱਛਦੀ ਹੈ ਕਿ ਸੋਹਣੀ ਗੱਲ ਕਿਹੋ ਜੀ ਹੁੰਦੀ ਹੈ। ਬੰਤਾ ਉੱਤਰ ਦਿੰਦਾ ਹੈ, ਜਿਵੇਂ ਤੂੰ ਆਖੇ ਅੱਜ ਬੜਾ ਬੱਦਲ ਹੈ, ਗਰਮ ਗਰਮ ਪਕੌੜੇ ਲਿਆ ਪੌੜੀਆਂ ਵਾਲੇ ਪੁੱਲ ਕੋਲੋਂ। ਪਰ ਜੇਕਰ ਬੱਦਲ ਨਾ ਹੋਵੇ ਫਿਰ ਤੂੰ ਕਹਿ ਕਿੰਨੀ ਧੁੱਪ ਲੱਗੀ ਹੈ, ਆ ਨਾ ਚੱਲੀਏ ਘੁੰਮਣ ਫਿਰਨ, ਨਾਲੇ ਆਉਂਦੀ ਵਾਰੀ ਸਾੜੀ ਵੀ ਲੈਂਦੇ ਆਵਾਂਗੇ ਡਰਾਈ ਕਲੀਨਰ ਕੋਲੋਂ। ਤਾਰੋ ਕਹਿੰਦੀ ਹੈ ਕਿ ਉਸ ਨੂੰ ਅਜਿਹੀਆਂ ਗੱਲਾਂ ਕਰਦਿਆਂ ਸ਼ਰਮ ਆਉਂਦੀ ਹੈ। ਬੰਤਾ ਕਹਿੰਦਾ ਹੈ ਕਿ ਉਹ ਝੱਲੀ ਹੀ ਰਹੀ ਹੈ। ਤਾਰੋ ਉੱਤਰ ਦਿੰਦੀ ਹੈ ਕਿ ਉਹ ਝੱਲੀ ਹੀ ਚੰਗੀ ਹੈ, ਉਹ ਜੋ ਬਹੁਤ ਸਿਆਣਾ ਹੁੰਦਾ ਜਾ ਰਿਹਾ ਹੈ।
ਉਸਨੂੰ ਤਾਰੋ ਦੀ ਮੁਸਕਣੀ ਚੰਗੀ ਨਹੀਂ ਲੱਗਦੀ ਤੇ ਉਹ ਉੱਠ ਕੇ ਬਾਹਰ ਧੁੱਪੇ ਲੇਟ ਜਾਂਦਾ ਹੈ ਅਤੇ ਸੋਚਦਾ ਹੈ ਕਿ ਪਤਾ ਨਹੀਂ ਉਹ ਕਿੰਨੇ ਪੈਡਲ ਮਾਰਦਾ ਹੈ, ਪਰ ਪਹੁੰਚਦਾ ਕਿਤੇ ਵੀ ਨਹੀਂ। ਜਿੱਧਰ ਕੋਈ ਕਹਿੰਦਾ ਹੈ ਉਹ ਉੱਧਰ ਹੀ ਚੱਲ ਪੈਂਦਾ ਹੈ। ਉਹ ਸਮਝਦਾ ਹੈ ਕਿ ਉਸ ਦਾ ਕੰਮ ਚੱਲਦੇ ਜਾਣਾ ਹੈ, ਰੁਕਣਾ ਨਹੀਂ। ਇੰਨੇ ਨੂੰ ਫੁੰਮਣ ਬੰਤੇ ਕੋਲ ਆ ਜਾਂਦਾ ਹੈ ਅਤੇ ਉਸ ਕੋਲੋਂ ਆਪਣੀ ਕਿਤਾਬ ਵਿੱਚੋਂ ਪਾਠ ਪੜ੍ਹਨ ਲੱਗ ਪੈਂਦਾ ਹੈ। ਪਾਠ ਵਿੱਚ ਉਹ ਪੜ੍ਹਾਉਂਦਾ ਹੈ ਕਿ ਸਾਡਾ ਦੇਸ਼ ਮਹਾਨ ਹੈ, ਇਹ ਰਿਸ਼ੀਆਂ ਮੁਨੀਆਂ ਦਾ ਦੇਸ਼ ਹੈ, ਸਾਨੂੰ ਇਸ ਉੱਤੇ ਮਾਣ ਹੈ। ਇਹ ਰਾਤ ਦਿਨ ਦੁੱਗਣੀ ਚੌਗੁਣੀ ਤਰੱਕੀ ਕਰ ਰਿਹਾ ਹੈ। ਸਾਡੇ ਦੇਸ਼ ਵਿੱਚ ਲੋਕ ਰਾਜ ਹੈ। ਅਸੀਂ ਆਪਣੇ ਦੇਸ਼ ਵਿੱਚੋਂ ਛੇਤੀ ਹੀ ਗਰੀਬੀ ਬਾਹਰ ਕੱਢ ਦੇਣ ਦਾ ਪ੍ਰਣ ਕੀਤਾ ਹੋਇਆ ਹੈ। ਫੁੰਮਣ ਗਰੀਬੀ ਦਾ ਅਰਥ ਪੁੱਛਦਾ ਹੈ, ਜਿਸ ਤੇ ਬੰਤਾ ਉਸਨੂੰ ਗੁੱਸੇ ਹੁੰਦਾ ਹੈ ਕਿ ਉਹਨੂੰ ਨਹੀਂ ਪਤਾ। ਉਹ ਉਸਨੂੰ ਦੱਸਦਾ ਹੈ ਕਿ ਉਹ ਗਰੀਬੀ ਕਾਰਨ ਪੜ੍ਹ ਨਹੀਂ ਸਕਿਆ। ਫੁੰਮਣ ਉਸਨੂੰ ਹੋਰ ਪ੍ਰਸ਼ਨ ਪੁੱਛਦਾ ਹੈ, ਪਰ ਬੰਤਾ ਉਸਨੂੰ ਖੇਡਣ ਮੱਲਣ ਲਈ ਤੋਰ ਦਿੰਦਾ ਹੈ। ਬੰਤੇ ਨੇ ਦੇਖਿਆ ਕਿ ਤਾਰੋ ਸਵੈਟਰ ਬੁਣ ਰਹੀ ਹੈ। ਬੰਤਾ ਕੁਝ ਦੇਰ ਅੱਖਾਂ ਬੰਦ ਕਰਕੇ ਪਿਆ ਰਿਹਾ, ਪਰ ਉਸਨੂੰ ਨੀਂਦਰ ਨਾ ਆਈ। ਉਸਨੂੰ ਪੁਰਾਣੀਆਂ ਗੱਲਾਂ ਯਾਦ ਆਉਣ ਲੱਗੀਆਂ। ਫਿਰ ਉਸਨੂੰ ਯਾਦ ਆਇਆ ਕਿ ਉਸ ਦੀ ਮੰਗਣੀ ਛੋਟੇ ਹੁੰਦਿਆਂ ਹੀ ਹੋ ਗਈ ਸੀ। ਉਸ ਦੀ ਇਹ ਮੰਗਣੀ ਉਸ ਦੀ ਮਾਮੀ ਦੀ ਭਤੀਜੀ ਤਾਰੀ ਨਾਲ ਹੋਈ ਸੀ ਅਤੇ ਫਿਰ ਉਹ ਉਸ ਦੇ ਵਿਆਹ ਲਈ ਜ਼ੋਰ ਪਾਉਣ ਲੱਗੀ। ਪਰ ਬੰਤਾ ਚਾਹੁੰਦਾ ਸੀ ਕਿ ਪਹਿਲਾਂ ਭੈਣ ਦੇ ਵਿਆਹ ਦਾ ਕਰਜ਼ਾ ਉਤਾਰ ਲਿਆ ਜਾਵੇ ਅਤੇ ਫਿਰ ਵਿਆਹ ਕੀਤਾ ਜਾਵੇ। ਪਰ ਬੇਬੇ ਨੇ ਗੱਲ ਅਜਿਹੀ ਫੜੀ ਕਿ ਉਸ ਦਾ ਵਿਆਹ ਕਰਕੇ ਹੀ ਛੱਡਿਆ। ਬੰਤੇ ਨੂੰ ਗਿਲਾ ਸੀ ਕਿ ਉਸਨੇ ਆਪਣੀਆਂ ਭੈਣਾਂ ਲਈ ਵੀ ਵਿੱਤੋਂ ਬਾਹਰੀਆਂ ਚੀਜ਼ਾਂ ਬਣਵਾਈਆਂ ਸਨ, ਪਰ ਫਿਰ ਵੀ ਉਹ ਉਸ ਨਾਲ ਨਾਰਾਜ਼ ਹੋ ਗਈਆਂ ਸਨ। ਪਿੱਛੋਂ ਤਾਰੋ ਕਈ ਦਿਨ ਰੋਂਦੀ ਰਹੀ ਕਿ ਉਸ ਦੇ ਟਰੰਕ ਵਿੱਚੋਂ ਕੁਝ ਚੀਜ਼ਾਂ ਗਾਇਬ ਸਨ। ਉਸ ਦੇ ਗੁੱਸੇ ਵਾਲੇ ਮੂੰਹ ਤੋਂ ਤੰਗ ਆ ਕੇ ਇੱਕ ਦਿਨ ਬੰਤਾ ਉਸ ਨਾਲ ਰੁੱਸ ਬੈਠਾ। ਜਦੋਂ ਉਹ ਸਵੇਰੇ ਉੱਠਿਆ ਤਾਂ ਬੇਬੇ ਦੀ ਬਣਾਈ ਚਾਹ ਪੀ ਕੇ ਫਿਰ ਲੰਮਾ ਪੈ ਗਿਆ। ਉਸ ਦਾ ਖਿਆਲ ਸੀ ਕਿ ਤਾਰੋ ਉਸ ਨੂੰ ਰਿਕਸ਼ਾ ਲੈ ਕੇ ਨਾ ਜਾਣ ਬਾਰੇ ਪੁੱਛੇਗੀ, ਪਰ ਉਸਨੇ ਕੋਈ ਪਰਵਾਹ ਨਾ ਕੀਤੀ। ਅੰਤ ਬੇਬੇ ਨੇ ਘਰੋਂ ਬਾਹਰ ਜਾਣ ਤੇ ਬੰਤੇ ਨੇ ਤਾਰੋ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਦੀ ਬਾਂਹ ਫੜ ਕੇ ਕਿਹਾ ਕਿ ਉਸ ਦੀ ਤਬੀਅਤ ਠੀਕ ਨਹੀਂ। ਜੇਕਰ ਉਹ ਉਸ ਦੇ ਕੋਲ ਬੈਠੇਗੀ ਤਾਂ ਉਸ ਦੀ ਤਬੀਅਤ ਆਪੇ ਹੀ ਠੀਕ ਹੋ ਜਾਵੇਗੀ। ਪਰ ਤਾਰੋ ਕਹਿਣ ਲੱਗੀ ਕਿ ਜੇਕਰ ਬੇਬੇ ਵੇਖੇਗੀ ਤਾਂ ਕੀ ਕਹੇਗੀ, ਇਸ ਕਰਕੇ ਉਹ ਉਸ ਦੀ ਬਾਂਹ ਛੱਡ ਦੇਵੇ। ਬੰਤੇ ਨੇ ਕਿਹਾ ਕਿ ਉਹ ਤੇ ਬੇਬੇ ਦੋਵੇਂ ਉਸ ਵੱਲ ਹਨ। ਇਹ ਸੁਣ ਕੇ ਤਾਰੋ ਕਹਿਣ ਲੱਗੀ ਕਿ ਉਸ ਨੂੰ ਗੱਲਾਂ ਬਹੁਤ ਆਉਂਦੀਆਂ ਹਨ। ਬੰਤੇ ਨੇ ਕਿਹਾ ਕਿ ਹਾਂ, ਉਹ ਭੰਗੜਾ ਪਾ ਸਕਦਾ ਹੈ, ਬੋਲੀਆਂ ਪਾ ਸਕਦਾ ਹੈ ਅਤੇ ਰਿਕਸ਼ਾ ਚਲਾ ਸਕਦਾ ਹੈ। ਇਸ ਪ੍ਰਕਾਰ ਤਾਰੋ ਦਾ ਰੋਸਾ ਕੁਝ ਘਟ ਗਿਆ ਅਤੇ ਉਹ ਘਰ ਵਿੱਚ ਰਚ ਮਿਚ ਗਈ। ਬੰਤਾ ਚਾਹੁੰਦਾ ਸੀ ਕਿ ਉਹ ਤਾਰੋ ਦੀ ਝੋਲੀ ਰੁਪਈਆਂ ਨਾਲ ਭਰ ਦੇਵੇ। ਰਾਤ ਨੂੰ ਜਦੋਂ ਬੰਤਾ ਉਸ ਨੂੰ 5-7 ਰੁਪਏ ਦਿੰਦਾ ਤਾਂ ਉਸ ਦੇ ਮੂੰਹ ਉੱਤੇ ਖੇੜਾ ਆ ਜਾਂਦਾ ਤੇ ਬੰਤੇ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ। ਕਈ ਵਾਰ ਇੰਨਾ ਮੰਦਾ ਲੱਗਦਾ ਕਿ ਉਸ ਨੂੰ ਬਹੁਤ ਥਕਾਵਟ ਮਹਿਸੂਸ ਹੁੰਦੀ ਤੇ ਉਸ ਦਾ ਰੋਟੀ ਖਾਣ ਨੂੰ ਵੀ ਜੀਅ ਨਾ ਕਰਦਾ। ਤਾਰੋ ਉਸ ਦੇ ਹੱਥੋਂ ਥੋੜ੍ਹੇ ਪੈਸੇ ਫੜ ਕੇ ਖੜੀ ਦੀ ਖੜੀ ਹੀ ਰਹਿ ਜਾਂਦੀ। ਇਸ ਸਮੇਂ ਬੰਤੇ ਨੂੰ ਉਸ ਉੱਤੇ ਬੜਾ ਤਰਸ ਆਉਂਦਾ, ਪਰ ਸੋਚਦਾ ਕਿ ਇਹ ਉਸ ਦੇ ਵੱਸ ਦੀ ਗੱਲ ਨਹੀਂ। ਬੰਤੇ ਨੂੰ ਖਿਆਲ ਆਇਆ ਕਿ ਇੱਕ ਵਾਰ ਉਹ ਬਸੰਤ ਪੰਚਮੀ ਵਾਲੇ ਦਿਨ ਤਾਰੋ ਅਤੇ ਬੇਬੇ ਨੂੰ ਰਿਕਸ਼ੇ ਉੱਪਰ ਬਿਠਾਲ ਕੇ ਛਹਰਟੇ ਗੁਰਦੁਆਰੇ ਵੱਲ ਤੁਰ ਪਿਆ ਸੀ। ਬੰਤੇ ਨੇ ਉਹਨਾਂ ਦੇ ਕਹਿਣ ਅਨੁਸਾਰ ਉਹਨਾਂ ਨੂੰ ਗਲੀ ਗੁਆਂਢ ਦੇ ਸਾਹਮਣੇ ਆਪਣੀ ਰਿਕਸ਼ੇ ਵਿੱਚ ਨਾ ਬਿਠਾਇਆ। ਬਹੁਤ ਸਾਰੇ ਲੋਕ ਬੱਸਾਂ ਤੇ ਸਾਈਕਲਾਂ ਤੇ ਜਾ ਰਹੇ ਸਨ। ਕੋਈ ਨਾ ਕੋਈ ਰਿਕਸ਼ਾ ਵੀ ਜਾ ਰਿਹਾ ਸੀ। ਬੰਤਾ ਰਿਕਸ਼ਾ ਬਹੁਤ ਤੇਜ਼ ਚਲਾ ਰਿਹਾ ਸੀ। ਪਿੱਛੇ ਬੇਬੇ ਤੇ ਤਾਰੋ ਦੋਵੇਂ ਡਿੱਗਣ ਦੇ ਡਰ ਤੋਂ ਇੱਕ ਦੂਜੇ ਨੂੰ ਫੜ ਕੇ ਬੈਠੀਆਂ ਸਨ। ਤਾਰੋ ਤਾਂ ਬਹੁਤ ਹੀ ਡਰੀ ਹੋਈ ਸੀ ਤੇ ਬੇਬੇ ਬੰਤੇ ਨੂੰ ਰਿਕਸ਼ਾ ਹੌਲੀ ਚਲਾਉਣ ਲਈ ਕਹਿ ਰਹੀ ਸੀ। ਇਸ ਸਮੇਂ ਬੰਤੇ ਦਾ ਦਿਲ ਅਸਮਾਨ ਵਿੱਚ ਉੱਡਣ ਨੂੰ ਕਰਦਾ ਸੀ। ਛਹਰਟੇ ਪਹੁੰਚ ਕੇ ਉਹਨਾਂ ਇੱਕ ਹਵੇਲੀ ਕੋਲ ਰਿਕਸ਼ਾ ਖੜਾ ਕੀਤਾ
ਅਤੇ ਗੁਰਦੁਆਰੇ ਵੱਲ ਨੂੰ ਚੱਲ ਪਏ। ਰਾਹ ਵਿੱਚ ਰੋਟੀ ਖਾਣ ਬਾਰੇ ਗੱਲਾਂ ਕਰਦੇ ਉਹ ਗੁਰਦੁਆਰੇ ਦੇ ਕੋਲ ਪਹੁੰਚ ਗਏ। ਬਾਹਰ ਚੱਲ ਰਹੇ ਹਲਟ ਉੱਤੇ ਹੱਥ ਪੈਰ ਧੋਤੇ ਤੇ ਗੁਰਦੁਆਰੇ ਦੇ ਅੰਦਰ ਪਹੁੰਚੇ। ਅੰਦਰ ਜਾ ਕੇ ਮੱਥਾ ਟੇਕਿਆ ਤੇ ਮਨ ਨੂੰ ਸ਼ਾਂਤੀ ਆ ਗਈ। ਫਿਰ ਪ੍ਰਸ਼ਾਦ ਲੈ ਕੇ ਛਕਿਆ। ਬੰਤੇ ਨੇ ਫੁੱਲਾਂ ਦਾ ਪ੍ਰਸ਼ਾਦ ਲਿਆ ਤੇ ਅੱਖਾਂ ਨੂੰ ਲਾ ਕੇ ਆਪਣੀ ਪੱਗ ਵਿੱਚ ਟੰਗ ਲਿਆ। ਗੁਰਦੁਆਰੇ ਤੋਂ ਬਾਹਰ ਨਿਕਲੇ। ਬੰਤੇ ਨੇ ਬੇਬੇ ਤੇ ਤਾਰੋ ਦਾ ਦਿੱਤਾ ਪ੍ਰਸ਼ਾਦ ਖਾਧਾ ਤੇ ਬੇਬੇ ਨੇ ਅਰਦਾਸ ਕੀਤੀ, ਅੱਛਾ ਸੁੱਖ ਰੱਖੇ, ਅਗਲੇ ਸਾਲ ਆਵਾਂਗੇ ਕਾਕੇ ਨੂੰ ਨਾਲ ਲੈ ਕੇ। ਫਿਰ ਉਹਨਾਂ ਨੇ ਪਕੌੜਿਆਂ ਤੇ ਅਚਾਰ ਨਾਲ ਰੋਟੀਆਂ ਖਾਧੀਆਂ। ਬੰਤਾ ਨੇੜੇ ਹੀ ਸੌਂ ਗਿਆ ਤੇ ਬੇਬੇ ਤੇ ਤਾਰੋ ਆਪਸ ਵਿੱਚ ਗੱਲਾਂ ਕਰਦੀਆਂ ਰਹੀਆਂ। ਬੰਤੇ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਉਹ ਅੱਜ ਵੀ ਬਸੰਤ ਪੰਚਮੀ ਵਾਲੇ ਦਿਨ ਦੀ ਨੀਂਦਰ ਲੈ ਰਿਹਾ ਹੋਵੇ। ਉਹ ਸੋਚਣ ਲੱਗਾ ਕਿ ਸਾਰਾ ਸਮਾਂ ਕਿਸ ਤਰ੍ਹਾਂ ਝੱਟ ਬੀਤ ਗਿਆ ਹੈ। ਇਸ ਪਿੱਛੋਂ ਬੰਤੇ ਨੂੰ ਇੱਕ ਹੋਰ ਘਟਨਾ ਚੇਤੇ ਆ ਗਈ। ਇੱਕ ਵਾਰ ਜਦੋਂ ਉਸਨੇ ਫੁੰਮਣ ਨੂੰ ਵੈਦ ਕੋਲ ਲਿਜਾਣ ਲਈ ਤਾਰੋ ਨੂੰ ਰਿਕਸ਼ੇ ਵਿੱਚ ਬੈਠਣ ਲਈ ਕਿਹਾ ਸੀ ਤਾਂ ਉਸਨੇ ਉਸ ਕੋਲ ਬੇਬੇ ਦੀਆਂ ਪੁਰਾਣੀਆਂ ਗੱਲਾਂ ਵਿਰੁੱਧ ਸ਼ਿਕਾਇਤ ਕੀਤੀ ਸੀ ਤੇ ਫਿਰ ਉਸਨੇ ਉਸ ਦੇ ਰਿਕਸ਼ੇ ਵਿੱਚ ਬੈਠਦਿਆਂ ਬਹੁਤ ਸ਼ਰਮ ਜ਼ਾਹਰ ਕੀਤੀ ਸੀ। ਫੁੰਮਣ ਦੇ ਜਨਮ ਪਿੱਛੋਂ ਤਾਰੋ ਨੂੰ ਕੋਈ ਨਾ ਕੋਈ ਬਿਮਾਰੀ ਲੱਗੀ ਰਹਿੰਦੀ ਸੀ। ਘਰ ਦਾ ਖਰਚ ਵੀ ਵੱਧ ਗਿਆ ਸੀ। ਬੇਬੇ ਦਾ ਸੁਭਾਅ ਵੀ ਚਿੜਚਿੜਾ ਹੋ ਗਿਆ ਸੀ। ਉਹ ਦੋਵੇਂ ਕਿਸੇ ਨਾ ਕਿਸੇ ਗੱਲ 'ਤੇ ਲੜਦੀਆਂ ਹੀ ਰਹਿੰਦੀਆਂ ਸਨ। ਪਰ ਬੰਤਾ ਜਿਸ ਦਿਨ ਘਰ ਵਿੱਚ ਹੁੰਦਾ ਤਾਂ ਕੋਈ ਲੜਾਈ ਨਾ ਹੁੰਦੀ। ਇਹ ਦੇਖ ਕੇ ਬੰਤੇ ਦਾ ਮਨ ਬਹੁਤ ਖਰਾਬ ਹੁੰਦਾ, ਪਰ ਉਹ ਸੋਚਦਾ ਕਿ ਉਸ ਦਾ ਹੱਥ ਸੌਖਾ ਹੋ ਜਾਣ ਨਾਲ ਘਰ ਦੇ ਸਾਰੇ ਕਲੇਸ਼ ਦੂਰ ਹੋ ਜਾਣਗੇ। ਉਸ ਨੂੰ ਖਿਆਲ ਆਉਂਦਾ ਕਿ ਕਮਾਈ ਕਰਨ ਦੇ ਹੋਰ ਵੀ ਬਹੁਤ ਸਾਰੇ ਸਾਧਨ ਹਨ, ਜਿਵੇਂ ਫੱਤੂ ਰਿਕਸ਼ੇ ਵਾਲਾ ਅਫੀਮ ਵੇਚਦਾ ਹੈ ਅਤੇ ਨੱਥੂ ਸਵਾਰੀਆਂ ਦਾ ਸਮਾਨ ਚੁਰਾ ਲੈਂਦਾ ਹੈ। ਪਰ ਬੰਤਾ ਅਜਿਹੇ ਕੰਮਾਂ ਨੂੰ ਘਟੀਆ ਅਤੇ ਨਮੋਸ਼ੀ ਵਾਲੇ ਸਮਝਦਾ ਹੈ। ਫਿਰ ਉਸ ਨੂੰ ਕਿਸ਼ਨੇ ਵਰਗਾ ਚੰਗਾ ਬੰਦਾ ਯਾਦ ਆਇਆ ਜੋ ਸਵਾਰੀਆਂ ਦੀਆਂ ਭੁੱਲੀਆਂ ਚੀਜ਼ਾਂ ਵੀ ਵਾਪਸ ਕਰ ਦਿੰਦਾ ਹੈ। ਇੱਕ ਵਾਰ ਉਸ ਨੇ ਇੱਕ ਪਰਿਵਾਰ ਦਾ ਭੁੱਲਾ ਹੋਇਆ ਪਰਸ ਵਾਪਸ ਕਰ ਦਿੱਤਾ ਜਿਸ ਵਿੱਚ ਗਹਿਣਿਆਂ ਦੀ ਪੋਟਲੀ ਸੀ। ਬੰਤਾ ਅਜੇ ਇਹ ਗੱਲ ਸੋਚ ਰਿਹਾ ਸੀ ਕਿ ਤਾਰੋ ਨੇ ਆ ਕੇ ਉਸ ਨੂੰ ਉੱਠਣ ਲਈ ਕਿਹਾ। ਬੰਤਾ ਉਸ ਨੂੰ ਆਪਣੇ ਕੋਲ ਬੈਠਣ ਲਈ ਕਹਿੰਦਾ ਹੈ, ਪਰ ਉਹ ਕੋਈ ਦਿਲਚਸਪੀ ਜ਼ਾਹਰ ਨਹੀਂ ਕਰਦੀ। ਤਾਰੋ ਚਾਹ ਧਰਨ ਚਲੀ ਜਾਂਦੀ ਹੈ, ਪਰ ਬੰਤੇ ਦਾ ਮਨ ਦੁਖੀ ਹੋ ਜਾਂਦਾ ਹੈ। ਉਹ ਤਾਰੋ ਦੇ ਘੁੱਟੇ ਤੇ ਉੱਡੇ ਮੂੰਹ ਨੂੰ ਦੇਖਦਾ ਹੈ। ਉਹ ਚਾਹੁੰਦਾ ਹੈ ਕਿ ਉਹ ਕਿਸੇ ਪ੍ਰਦੇਸ਼ ਚਲਾ ਜਾਵੇ ਤੇ ਉੱਥੇ ਕਮਾਈ ਕਰਕੇ ਭੇਜੇ, ਜਿਸ ਨਾਲ ਉਸ ਦੀ ਪਤਨੀ ਆਪਣੀਆਂ ਰੀਝਾਂ ਲਾ ਲਵੇ। ਜਦੋਂ ਤਾਰੋ ਚਾਹ ਲੈ ਕੇ ਆਉਂਦੀ ਹੈ ਤਾਂ ਬੰਤਾ ਉਸ ਨੂੰ ਕਹਿੰਦਾ ਹੈ ਕਿ ਸਾਡੇ ਕੁੜੀਆਂ ਦੀ ਤਾਂ ਜੋੜੀ ਹੈ, ਪਰ ਫੁੰਮਣ ਇਕੱਲਾ ਹੈ। ਪਰ ਤਾਰੋ ਉਸ ਵੱਲ ਘੂਰੀ ਵੱਟ ਕੇ ਵੇਖਦੀ ਹੈ। ਬੰਤਾ ਚੁੱਪ ਕਰ ਰਹਿੰਦਾ ਹੈ। ਬੰਤਾ ਸਮਝਦਾ ਹੈ ਕਿ ਬੇਬੇ ਦੇ ਪਿੰਡ ਚਲੀ ਜਾਣ ਤੇ ਤਾਰੋ ਦੇ ਇਸ ਪ੍ਰਕਾਰ ਘੂਰੀ ਵੱਟ ਕੇ ਵੇਖਣ ਦਾ ਕਾਰਨ ਪੈਸਿਆਂ ਦੀ ਕਮੀ ਹੈ। ਬੰਤੇ ਨੂੰ ਯਾਦ ਆਉਂਦਾ ਹੈ ਕਿ ਇੱਕ ਵਾਰ ਜਦੋਂ ਮੀਂਹ ਵਾਲੇ ਦਿਨ ਉਹ ਥੱਕ ਟੁੱਟ ਕੇ ਘਰ ਪੁੱਜਾ ਤਾਂ ਉਹ ਬੁਰੀ ਤਰ੍ਹਾਂ ਭਿੱਜਾ ਹੋਇਆ ਸੀ। ਉਸ ਨੂੰ ਕਾਂਬਾ ਛਿੜਿਆ ਹੋਇਆ ਸੀ। ਇਸ ਦਿਨ ਉਸ ਨੂੰ ਕੋਈ ਸਵਾਰੀ ਨਾ ਮਿਲੀ। ਤਾਰੋ ਅਫਸੋਸੀ ਜਿਹੀ ਬੈਠੀ ਸੀ। ਉਸ ਨੇ ਅੱਜ ਚੁੱਲ੍ਹੇ ਵਿੱਚ ਅੱਗ ਵੀ ਨਹੀਂ ਸੀ ਬਾਲੀ। ਬੰਤੇ ਨੇ ਉਸ ਨੂੰ ਚਾਹ ਬਣਾ ਕੇ ਦੇਣ ਲਈ ਕਿਹਾ। ਤਾਰੋ ਨੇ ਗੁੱਸੇ ਵਿੱਚ ਕਿਹਾ ਕਿ ਉਹ ਗੁੜ ਲੈ ਆਵੇ। ਬੰਤਾ ਗੁੜ ਲੈ ਕੇ ਆਇਆ ਤੇ ਫਿਰ ਉਸਨੇ ਚਾਹ ਬਣਾਉਣ ਲਈ ਕਿਹਾ। ਤਾਰੋ ਨੇ ਕਿਹਾ ਕਿ ਜੱਸੀ ਦਾ ਵਿਆਹ ਅਗਲੇ ਮਹੀਨੇ ਦਾ ਹੈ, ਪਰ ਉਹ ਨਹੀਂ ਜਾਵੇਗੀ ਕਿਉਂਕਿ ਖਰਚ ਉਸ ਨੂੰ ਸਾਹ ਨਹੀਂ ਲੈਣ ਦਿੰਦਾ। ਬੰਤੇ ਨੇ ਕਿਹਾ ਕਿ ਉਹਨਾਂ ਦੇ ਘਰ ਨਾ ਕੱਪੜਾ ਹੈ ਤੇ ਨਾ ਹੀ ਪੈਸੇ, ਫਿਰ ਕਰਜ਼ਾ ਉਹਨਾਂ ਦੇ ਸਿਰ ਉੱਪਰ ਖੜਾ ਹੈ। ਬੰਤੇ ਨੇ ਕਿਹਾ ਭੈਣਾਂ ਦਾ ਵਿਆਹ ਬਹੁਤ ਜ਼ਰੂਰੀ ਸੀ। ਉਂਝ ਉਹ ਆਪ ਬਲਾ ਨਹੀਂ ਸੀ ਸਹੇੜਨੀ ਚਾਹੁੰਦਾ, ਪਰ ਬੇਬੇ ਖਹਿੜੇ ਪੈ ਗਈ। ਬੰਤੇ ਨੇ ਕਿਹਾ ਕਿ ਉਹ ਕਰਜ਼ਾ ਉਤਾਰ ਦੇਵੇਗਾ ਤੇ ਉਹ ਉਸਦੇ ਭਰਾਵਾਂ ਤੋਂ ਕੁਝ ਨਹੀਂ ਮੰਗਦਾ। ਇਸ ਗੱਲ ਤੇ ਤਾਰੋ ਤੇ ਬੰਤੇ ਵਿਚਕਾਰ ਤਲਖ ਕਲਾਮੀ ਹੋ ਗਈ ਸੀ। ਬੰਤੇ ਨੇ ਉਸ ਦੀ ਪਿੱਠ ਤੇ 2-4 ਧੱਫੇ ਮਾਰ ਦਿੱਤੇ ਤੇ ਬੱਚੇ ਰੋਣ ਲੱਗ ਪਏ।
ਤਾਰੋ ਡੁਸਕਣ ਲੱਗ ਪਈ। ਇਸ ਤੋਂ ਪਿੱਛੋਂ ਬੰਤਾ ਘਰੋਂ ਬਾਹਰ ਨਿਕਲ ਗਿਆ। ਉਹ ਸੋਚਣ ਲੱਗਾ ਕਿ ਜਦੋਂ ਉਸਦਾ ਬਾਪੂ ਬੇਬੇ ਨੂੰ ਮਾਰਦਾ ਹੁੰਦਾ ਸੀ ਉਦੋਂ ਉਸਨੂੰ ਬਹੁਤ ਭੈੜਾ ਲੱਗਦਾ ਹੁੰਦਾ ਸੀ ਤੇ ਉਹ ਆਪ ਰੋਣ ਲੱਗ ਪੈਂਦਾ ਸੀ। ਉਸਨੂੰ ਰੋਂਦਾ ਵੇਖ ਕੇ ਬੇਬੇ ਚੁੱਪ ਕਰ ਜਾਂਦੀ ਤੇ ਬਾਪੂ ਉਸਨੂੰ ਕਹਿੰਦਾ ਹੁੰਦਾ ਸੀ ਕਿ ਉਹ ਬੇਬੇ ਵੱਲ ਦਾ ਹੈ। ਇਸ ਤਰ੍ਹਾਂ ਗੱਲ ਹਾਸੇ ਵਿੱਚ ਪੈ ਜਾਂਦੀ, ਪਰ ਇੱਕ ਗੱਲ ਬੰਤੇ ਨੇ ਆਪਣੇ ਦਿਲ ਵਿੱਚ ਬਿਠਾ ਲਈ ਸੀ ਕਿ ਉਹ ਆਪਣੀ ਘਰਵਾਲੀ ਨੂੰ ਕਦੇ ਵੀ ਨਹੀਂ ਮਾਰਿਆ ਕਰੇਗਾ। ਸੜਕ ਤੇ ਆ ਕੇ ਬੰਤੇ ਨੇ ਸਿਗਰਟਾਂ ਦੀ ਡੱਬੀ ਲਈ ਤੇ ਉਸਨੇ ਸਿਗਰਟ ਲਾ ਕੇ 3-4 ਸੂਟੇ ਖਿੱਚੇ, ਪਰ ਉਸਦਾ ਸਿਗਰਟ ਪੀਣ ਨੂੰ ਦਿਲ ਨਾ ਕੀਤਾ। ਉਸਦਾ ਮਨ ਬੇਚੈਨ ਹੋਇਆ ਪਿਆ ਸੀ। ਡੈਮਗੰਜ ਪਹੁੰਚ ਕੇ ਆਪਣੇ ਇੱਕ ਮਿੱਤਰ ਦਿਆਲੇ ਦਾ ਬੂਹਾ ਜਾ ਖੜਕਾਇਆ। ਦਿਆਲੇ ਦੀ ਪਤਨੀ 2 ਮਹੀਨਿਆਂ ਤੋਂ ਆਪਣੇ ਮਾਪਿਆਂ ਦੇ ਗਈ ਹੋਈ ਸੀ ਅਤੇ ਦਿਆਲਾ ਇਕੱਲਾ ਹੀ ਘਰ ਦੇ ਵਿੱਚ ਰਹਿ ਰਿਹਾ ਸੀ। ਉਸਨੇ ਬੰਤੇ ਨੂੰ ਆਪਣੀ ਨਿੱਘੀ ਰਜਾਈ ਵਿੱਚ ਬਿਠਾਇਆ। ਬੰਤਾ ਦਿਆਲੇ ਨੂੰ ਦੱਸਦਾ ਹੈ ਕਿ ਉਸ ਦੀ ਤਾਰੋ ਨਾਲ ਖੈਬੜ ਹੋ ਗਈ ਹੈ ਅਤੇ ਉਹ ਉਸਦੇ ਬਿਨਾਂ ਕਸੂਰ 2-4 ਧੱਫੇ ਮਾਰ ਬੈਠਾ ਹੈ। ਦਿਆਲਾ ਇਸ ਨੂੰ ਮਾਮੂਲੀ ਜਿਹੀ ਗੱਲ ਕਹਿੰਦਾ ਹੈ। ਫਿਰ ਦਿਆਲਾ ਰਜਾਈ ਵਿੱਚੋਂ ਨਿਕਲ ਕੇ ਚਾਹ ਬਣਾਉਣ ਲੱਗ ਪਿਆ। ਦੋਹਾਂ ਨੇ ਟੁੱਟੀਆਂ ਡੰਡੀਆਂ ਵਾਲੇ ਕੱਪਾਂ ਵਿੱਚ ਚਾਹ ਪੀਤੀ। ਬੰਤੇ ਦੇ ਪੁੱਛਣ ਤੇ ਦਿਆਲਾ ਦੱਸਦਾ ਹੈ ਕਿ ਉਹ ਵੀ ਕਦੇ ਕਦਾਈ ਆਪਣੀ ਜਨਾਨੀ ਨੂੰ ਕੁੱਟ ਲੈਂਦਾ ਹੈ। ਬੰਤਾ ਇਸ ਗੱਲ ਨੂੰ ਚੰਗੀ ਨਹੀਂ ਕਹਿੰਦਾ। ਦਿਆਲਾ ਕਹਿੰਦਾ ਹੈ ਕਿ ਇਸੇ ਕਰਕੇ ਉਸ ਦੀ ਜਨਾਨੀ ਪੇਕਿਆਂ ਦੇ ਰਹਿੰਦੀ ਹੈ। ਉਹ ਵੀ ਇਸ ਦਾ ਕਾਰਨ ਗਰੀਬੀ ਹੀ ਸਮਝਦਾ ਹੈ। ਫਿਰ ਦੋਵੇਂ ਦੋਸਤ ਸੋਚਦੇ ਹਨ ਕਿ ਉਹਨਾਂ ਨੂੰ ਯੂਨੀਅਨ ਵਿੱਚ ਇਹ ਗੱਲ ਕਰਨੀ ਚਾਹੀਦੀ ਹੈ ਕਿ ਰਿਕਸ਼ੇ ਦਾ ਕਿਰਾਇਆ ਵਧਾ ਦੇਣਾ ਚਾਹੀਦਾ ਹੈ। ਉਹ ਸਮਝਦੇ ਹਨ ਕਿ ਬਹੁਤੀਆਂ ਯੂਨੀਅਨਾਂ ਦਾ ਹੋਣਾ ਠੀਕ ਨਹੀਂ। ਅਜਿਹੇ ਕੰਮ ਲਈ ਯੂਨੀਅਨ ਇੱਕ ਹੀ ਹੋਣੀ ਚਾਹੀਦੀ ਹੈ। ਇਹ ਗੱਲਾਂ ਕਰਦਿਆਂ ਹੀ ਬੰਤੇ ਦਾ ਧਿਆਨ ਘਰ ਵੱਲ ਚਲਾ ਗਿਆ ਤੇ ਸੋਚਣ ਲੱਗਾ ਕਿ ਸ਼ਾਇਦ ਤਾਰੋ ਨੇ ਰੋਟੀ ਖਾਧੀ ਵੀ ਹੈ ਜਾਂ ਨਹੀਂ। ਫਿਰ ਦਿਆਲਾ ਬੰਤੇ ਨੂੰ ਰਿਕਸ਼ੇ ਉੱਪਰ ਘਰ ਛੱਡਣ ਜਾਣ ਲਈ ਤਿਆਰ ਹੋ ਗਿਆ। ਰਾਤ ਚਾਨਣੀ ਸੀ। ਦਿਆਲਾ ਰੌਹ ਵਿੱਚ ਆ ਕੇ ਗਾਉਣ ਲੱਗ ਗਿਆ। ਫਿਰ ਬੰਤੇ ਨੇ ਕੰਨ ਤੇ ਹੱਥ ਰੱਖ ਕੇ ਹੀਰ ਗਾਈ। ਇੰਨੇ ਨੂੰ ਬੰਤੇ ਦਾ ਘਰ ਆ ਗਿਆ। ਉਹ ਬੰਤੇ ਨੂੰ ਛੱਡ ਕੇ ਚਲਾ ਗਿਆ। ਬੰਤੇ ਨੇ ਬੂਹੇ ਦਾ 3-4 ਵਾਰ ਕੁੰਡਾ ਖੜਕਾਇਆ ਤੇ ਫਿਰ 2-3 ਵਾਰ ਤਾਰੋ ਦਾ ਨਾਂ ਲੈ ਕੇ ਆਵਾਜ਼ਾਂ ਮਾਰੀਆਂ। ਤਾਰੋ ਨੇ ਉੱਠ ਕੇ ਬੂਹਾ ਖੋਲ੍ਹਿਆ ਅਤੇ ਉਸ ਨੂੰ ਬਿਨਾਂ ਬੁਲਾਇਆ ਹੀ ਮੰਜੀ ਉੱਤੇ ਜਾ ਪਈ। ਬੰਤੇ ਨੇ ਚੰਗੇਰ ਵਿੱਚੋਂ ਰੋਟੀਆਂ ਕੱਢ ਕੇ ਖਾਧੀਆਂ। ਫਿਰ ਉਹ ਫੁੰਮਣ ਦੇ ਨਾਲ ਹੀ ਸੌਂ ਗਿਆ। ਫਿਰ ਉਸਨੂੰ ਖਿਆਲ ਆਇਆ ਕਿ ਤਾਰੋ ਨੇ ਰੋਟੀ ਨਹੀਂ ਖਾਧੀ ਹੋਣੀ। ਉਸਨੇ ਤਾਰੋ ਨੂੰ ਰੋਟੀ ਖਾਣ ਲਈ ਕਿਹਾ, ਪਰ ਉਹ ਨਾ ਮੰਨੀ ਤੇ ਉਸਨੇ ਕਿਹਾ ਕਿ ਉਸਨੇ ਰੋਟੀ ਖਾ ਲਈ ਹੈ। ਫਿਰ ਬੰਤਾ ਫੁੰਮਣ ਦੇ ਨਾਲ ਲੰਮਾ ਪੈ ਗਿਆ, ਪਰ ਕਿੰਨਾ ਚਿਰ ਉਸ ਦੀ ਅੱਖ ਨਾ ਲੱਗੀ। ਇਸ ਪ੍ਰਕਾਰ ਦੁਪਹਿਰ ਵੇਲੇ ਲੰਮੇ ਪਏ ਬੰਤੇ ਦੇ ਮਨ ਵਿੱਚ ਕਈ ਖਿਆਲ ਆਏ ਤੇ ਤਾਰੋ ਉਸਨੂੰ ਕਹਿਣ ਲੱਗੀ ਕਿ ਉਹ ਚਾਹ ਪੀ ਕੇ ਫਿਰ ਲੰਮਾ ਪੈ ਗਿਆ ਹੈ। ਕੀ ਅੱਜ ਉਸ ਦੀ ਜਾਣ ਦੀ ਮਰਜ਼ੀ ਨਹੀਂ? ਬੰਤਾ ਉਸਨੂੰ ਪੁੱਛਦਾ ਹੈ ਕਿ ਉਹ ਉਸ ਲਈ ਕੀ ਲੈ ਕੇ ਆਵੇ। ਉਸਨੇ ਉੱਤਰ ਦਿੱਤਾ ਕਿ ਉਹਨੂੰ ਕੁਝ ਨਹੀਂ ਚਾਹੀਦਾ। ਇਹ ਉੱਤਰ ਸੁਣ ਕੇ ਬੰਤਾ ਠਠੰਬਰ ਗਿਆ। ਉਸ ਦੀ ਮੁਸਕਣੀ ਵਿੱਚੋਂ ਉਸਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਉਹ ਉਸ ਦੀ ਗੱਲ ਦਾ ਮਜ਼ਾਕ ਉਡਾ ਰਹੀ ਹੋਵੇ। ਅਸਲ ਵਿੱਚ ਜਦੋਂ ਦਾ ਬੰਤੇ ਨੇ ਉਸਨੂੰ ਮਾਰਿਆ ਸੀ ਉਦੋਂ ਦਾ ਉਸਨੇ ਅਜੇ ਤੱਕ ਬੰਤੇ ਨੂੰ ਮੁਆਫ ਨਹੀਂ ਸੀ ਕੀਤਾ। ਇਸ ਗੱਲ ਨੂੰ ਭਾਵੇਂ ਕਈ ਸਾਲ ਬੀਤ ਗਏ, ਉਹ ਘਰ ਦੇ ਸਾਰੇ ਕੰਮ ਵੀ ਕਰਦੀ ਹੈ, ਪਰ ਉਸ ਦੇ ਦਿਲ ਵਿੱਚ ਵੱਜ ਚੁੱਕੀ ਗੰਢ ਅਜੇ ਤੱਕ ਨਹੀਂ ਸੀ ਖੁੱਲੀ। ਬੰਤਾ ਵੀ ਸੋਚਦਾ ਹੈ ਕਿ ਪਤਾ ਨਹੀਂ ਉਦੋਂ ਦਾ ਉਸਨੂੰ ਕੀ ਹੋ ਗਿਆ ਹੈ। ਪਹਿਲਾਂ ਉਹ ਉਸਨੂੰ ਤਾਰੋ ਕਹਿ ਕੇ ਬੁਲਾਉਂਦਾ ਸੀ, ਪਰ ਹੁਣ ਉਹ ਉਸਨੂੰ ਬਹੁਤਾ ਕਰਕੇ ਭਲੀ ਲੋਕ ਕਹਿ ਕੇ ਬੁਲਾਉਂਦਾ ਹੈ। ਉਹ ਵੀ ਬਹੁਤਾ ਕਰਕੇ ਚੁੱਪ ਹੀ ਰਹਿੰਦੀ ਹੈ। ਘਰ ਵਿੱਚ ਕੁਝ ਹੁੰਦਾ ਰਹੇ, ਉਹ ਰਤਾ ਪਰਵਾਹ ਨਹੀਂ ਕਰਦੀ। ਕਈ ਦਿਨ ਕੱਪੜੇ ਵੀ ਨਹੀਂ ਬਦਲਦੀ। ਅਸਲ ਵਿੱਚ ਵਿਆਹ ਤੋਂ ਪਿੱਛੋਂ ਉਸ ਦੇ ਕੱਪੜੇ ਕਦੇ ਚੰਗੇ ਹੋਏ ਹੀ ਨਹੀਂ ਸਨ।
ਬੰਤੇ ਨੇ ਫੁੰਮਣ ਨੂੰ ਸੈਰ ਕਰਾਉਣ ਲਈ ਰਿਕਸ਼ੇ ਵਿੱਚ ਬਿਠਾ ਲਿਆ। ਇਸੇ ਸਮੇਂ ਹੀ ਤਾਰੋ ਨੇ ਦੋਵੇਂ ਕੁੜੀਆਂ ਵੀ ਰਿਕਸ਼ੇ ਵਿੱਚ ਬਿਠਾ ਦਿੱਤੀਆਂ। ਬੰਤਾ ਹੌਲੀ ਹੌਲੀ ਰਿਕਸ਼ਾ ਚਲਾਉਂਦਾ ਹੋਇਆ ਬਾਜ਼ਾਰ ਵਿੱਚ ਪਹੁੰਚ ਗਿਆ। ਚੌਂਕ ਉੱਤੇ ਗੇੜਾ ਦੇ ਕੇ ਉਹ ਫਿਰ ਘਰ ਪਰਤ ਆਇਆ। ਬੱਚੇ ਬੜੇ ਖੁਸ਼ ਸਨ। ਉਹਨਾਂ ਦੀ ਖੁਸ਼ੀ ਦੇਖ ਕੇ ਬੰਤੇ ਦੇ ਸਰੀਰ ਵਿੱਚ ਮੁੜ ਕੇ ਚੁਸਤੀ ਆ ਗਈ। ਬੰਤਾ ਉਹਨਾਂ ਨੂੰ ਘਰ ਛੱਡ ਕੇ ਮੁੜ ਸੜਕ 'ਤੇ ਆ ਗਿਆ। ਇਸ ਸਮੇਂ 4 ਵੱਜ ਚੁੱਕੇ ਸਨ। ਅੱਜ ਸ਼ਾਮ ਉਸ ਨੇ ਘਰ ਬਹੁਤਾ ਚਿਰ ਲਾ ਦਿੱਤਾ ਸੀ। ਇਹ ਸੀ 9ਵੀਂ ਅਤੇ 10ਵੀਂ ਸ਼੍ਰੇਣੀ ਦੇ ਪਾਠਕ੍ਰਮ ਵਿੱਚ ਸ਼ਾਮਿਲ ਨਾਵਲ ਇੱਕ ਹੋਰ ਨਵਾਂ ਸਾਲ, ਜੋ ਕਿ ਪ੍ਰੋਫੈਸਰ ਨਿਰੰਜਨ ਤਸਨੀਮ ਜੀ ਦਾ ਲਿਖਿਆ ਹੋਇਆ ਹੈ। ਇਸ ਨਾਵਲ ਦੇ 3 ਕਾਂਡ ਹਨ। ਆਪਾਂ ਕਾਂਡ 2 ਦੁਪਹਿਰ ਬਾਰੇ ਗੱਲਬਾਤ ਕੀਤੀ ਹੈ। ਧੰਨਵਾਦ।